very good morning to all of you. We had started off with the metallurgical process and ਆਪਾਂ ਉਸ ਦੇ ਵਿੱਚ the first 3 steps ਆਪਾਂ complete ਕਰ ਚੁੱਕੇ ਹਾਂ. In fact, third the first part ਆਪਾਂ ਕਰ ਚੁੱਕੇ ਹਾਂ. So firstly we did about the pulverization of ore, then we did concentration of ore and ਉਸਦੇ ਸਾਰੇ methods, ਠੀਕ ਹੈ. And ਮੈਂ ਤੁਹਾਨੂੰ ਫੇਰ again I would like to repeat ਕਿ ਜੋ concentration of ores ਦੇ various methods ਹੈ ਉਹਨਾਂ ਦੇ ਵਿੱਚ ਆਪਾਂ ਨੂੰ ਪ੍ਰਿੰਸੀਪਲਸ ਆਣੇ ਚਾਹੀਦੇ ਨੇ ਐਂਡ ਉਹਨਾਂ ਦੀਆਂ ਐਗਜ਼ਾਮਪਲਸ ਆਣੀਆਂ ਚਾਹੀਦੀਆਂ ਕਿ ਕਿਹੜਾ ਔਰ ਕਿਹੜਾ ਪ੍ਰਿੰਸੀਪਲ ਕਿ ਕਿਹੜਾ ਮੈਥਡ ਕਿਸ ਪ੍ਰਿੰਸੀਪਲ ਦੇ ਉੱਪਰ ਕੰਮ ਕਰ ਰਿਹਾ ਹੈ ਐਂਡ ਕਿਹੜਾ ਔਰ ਕਿਸ ਮੈਥਡ ਦੇ ਨਾਲ ਕਨਸੈਂਟਰੇਟ ਹੋ ਸਕਦਾ ਹੈ, ਠੀਕ ਹੈ ਨਾ. ਉੱਥੇ ਆਪਾਂ ਨੂੰ ਵਨ ਵਰਡ ਦੇ ਵਿੱਚ ਇਦਾਂ ਦੇ ਕੁਐਸਚਨਸ ਆਣਗੇ ਬੱਚੇ, ਲਾਈਕ ਨੇਮ ਐਨੀ 2 ਮੈਥਡਸ ਟੂ ਸੈਪਰੇਟ ਆਊਟ ਜ਼ਿੰਕ ਸਲਫਾਈਡ ਫਰਮ ਲੈਡ ਸਲਫਾਈਡ, ਠੀਕ ਹੈ. ਹੁਣ ਅਗਰ ਮੈਂ ਤੁਹਾਨੂੰ ਕੁਐਸਚਨ ਪੁੱਛਾਂ ਕਿ ਕੋਈ ਵੀ 2 ਮੈਥਡਸ ਦੇ ਨਾਮ ਦੱਸੋ ਜਿਹਦੇ ਨਾਲ ਮੈਂ ਜ਼ਿੰਕ ਸਲਫਾਈਡ ਤੇ ਲੈਡ ਸਲਫਾਈਡ ਨੂੰ ਸੈਪਰੇਟ ਆਊਟ ਕਰ ਸਕਦਾ, ਤਾਂ ਦਾ ਆਨਸਰ ਵਿਲ ਬੀ, ਦੇਖੋ ਇੱਕ ਤਾਂ ਫਰੋਥ ਫਲੋਟੇਸ਼ਨ, ਠੀਕ ਹੈ, ਬਾਈ ਯੂਜ਼ਿੰਗ ਸੋਡੀਅਮ ਸਾਇਨਾਈਡ ਐਜ਼ ਅ ਡਿਪਰੈਸੈਂਟ. ਦੂਸਰਾ ਇਲੈਕਟ੍ਰੋਸਟੈਟਿਕ ਸੈਪਰੇਸ਼ਨ, ਆਪਾਂ ਨੇ ਕੀਤਾ ਸੀ ਨਾ ਕਿ ਲੈਡ ਸਲਫਾਈਡ ਬਿਕਮਸ ਚਾਰਜਡ ਤੇ ਜ਼ਿੰਕ ਸਲਫਾਈਡ ਦੇ ਉੱਪਰ ਚਾਰਜ ਡਿਵੈਲਪ ਨਹੀਂ ਹੁੰਦਾ, ਠੀਕ ਹੈ ਨਾ. ਸੋ ਇਦਾਂ ਦੇ ਉੱਥੇ ਕੁਐਸਚਨਸ ਆਣਗੇ ਬੱਚੇ ਜਿਹੜੇ ਕਿ ਬਿਲਕੁਲ ਟੂ ਦ ਪੁਆਇੰਟ ਹੋਣਗੇ ਤੇ ਆਪਾਂ ਨੂੰ ਟੂ ਦ ਪੁਆਇੰਟ ਹੀ ਆਨਸਰਸ ਕਰਨੇ ਪੈਣਗੇ. Then we did roasting and calcination, ਜਿਨ੍ਹਾਂ ਦੇ ਵਿੱਚ ਮੇਨ ਡਿਫਰੈਂਸ ਹੈ ਕਿ roasting is done in the presence of excess of air या oxygen, जबकि calcination is done या तो in the absence of air या in the limited supply of air. Roasting is used in case of sulfide ores and calcination is used in case of carbonate ores या फिर hydrated metal oxides. During roasting या calcination अपने ore ਦੇ ਵਿੱਚੋਂ ਸਾਰੀਆਂ volatile impurities remove ਹੋ ਜਾਂਦੀਆਂ, ਮੋਇਸਚਰ ਚੰਗੀ ਤਰ੍ਹਾਂ ਰਿਮੂਵ ਹੋ ਜਾਂਦਾ ਹੈ, ਜਿਹੜਾ ਓਰ ਹੈ ਉਹ ਫਲਫੀ ਲਾਈਟ ਪੋਰਸ ਹੋ ਜਾਂਦਾ ਹੈ. ਡਨ. ਅੱਛਾ, ਇੱਕ ਵੈਰੀ ਇੰਪੋਰਟੈਂਟ ਪੁਆਇੰਟ ਬੱਚੇ ਨਾਲ ਐਡ ਆਨ ਕਰ ਲਓ ਜਿੱਥੇ ਵੀ ਤੁਸੀਂ ਰੋਸਟਿੰਗ ਐਂਡ ਕੈਲਸੀਨੇਸ਼ਨ ਕਰ ਰਹੇ ਹੋ, ਠੀਕ ਹੈ ਨਾ. ਇੱਕ ਨਾਲ ਐਡ ਕਰ ਲਓ ਕਿ ਰੋਸਟਿੰਗ ਐਂਡ ਕੈਲਸੀਨੇਸ਼ਨ ਆਪਾਂ ਜਿੰਨੇ ਮਰਜ਼ੀ, ਮੈਂ ਕੱਲ ਤੁਹਾਨੂੰ ਕਿਹਾ ਸੀਗਾ ਕਿ ਇਟ ਇਜ਼ ਡਨ ਐਟ ਅ ਵੈਰੀ ਹਾਈ ਟੈਂਪਰੇਚਰ, ਠੀਕ ਹੈ, ਬਟ ਜਿੰਨਾ ਵੀ ਓਰ ਦਾ ਮੈਲਟਿੰਗ ਪੁਆਇੰਟ ਹੈ, ਠੀਕ ਹੈ ਨਾ. ਸੋ ਰੋਸਟਿੰਗ ਔਰ ਕੈਲਸੀਨੇਸ਼ਨ, ਸਪੋਜ਼ ਦੇਖੋ ਤੁਸੀਂ ਯੂਜ਼ ਕਰ ਰਹੇ ਹੋ ਇਸ ਨੂੰ ਲੈਟ ਇਟ ਬੀ ਆਇਰਨ ਆਕਸਾਈਡ ਲਈ Fe2O3, ਹੈ ਨਾ. ਤਾਂ ਜਿਹੜੀ ਰੋਸਟਿੰਗ ਐਂਡ ਕੈਲਸੀਨੇਸ਼ਨ ਕੀਤੀ ਜਾਏਗੀ ਉਸ ਦਾ ਟੈਂਪਰੇਚਰ ਆਇਰਨ ਆਕਸਾਈਡ ਦੇ ਮੈਲਟਿੰਗ ਪੁਆਇੰਟ ਤੋਂ ਘੱਟ ਹੋਊਗਾ, ਠੀਕ ਹੈ ਨਾ. ਸੋ ਰੋਸਟਿੰਗ ਔਰ ਕੈਲਸੀਨੇਸ਼ਨ ਇਟ ਇਜ਼ ਆਲਵੇਜ਼ ਡਨ ਨੋ ਡਾਊਟ ਐਟ ਅ ਹਾਇਰ ਟੈਂਪਰੇਚਰ, ਬਟ ਦ ਟੈਂਪਰੇਚਰ ਇਜ਼ ਆਲਵੇਜ਼ ਬਿਲੋ ਦ ਮੈਲਟਿੰਗ ਪੁਆਇੰਟ ਆਫ ਦ ਓਰ. ਉਹਦਾ ਰੀਜ਼ਨ ਕੀ ਹੈ? ਦੇਖੋ ਬੱਚੇ, ਰੋਸਟਿੰਗ ਐਂਡ ਕੈਲਸੀਨੇਸ਼ਨ ਦੇ ਦੌਰਾਨ ਆਪਾਂ ਨੇ ਕੀ ਕਿਹਾ ਕਿ ਮੋਇਸਚਰ ਰਿਮੂਵ ਹੋ ਜਾਂਦਾ ਹੈ, ਵੋਲੇਟਾਈਲ ਇੰਪਿਉਰਿਟੀਜ਼ ਰਿਮੂਵ ਹੋ ਜਾਂਦੀਆਂ. ਅਗਰ ਤੁਸੀਂ ਟੈਂਪਰੇਚਰ ਇੰਨਾ ਹਾਈ ਕਰਤਾ ਕਿ ਮੈਟਲ ਦਾ ਜਾਂ ਓਰ ਦਾ ਮੈਲਟਿੰਗ ਪੁਆਇੰਟ ਹੀ ਕ੍ਰਾਸ ਹੋ ਚੁੱਕਿਆ, ਤਾਂ ਓਰ ਖੁਦ ਪਹਿਲਾਂ ਮੈਲਟ ਹੋ ਜਾਊਗਾ, ਫਿਰ ਵੇਪਰਾਈਜ਼ ਹੋ ਜਾਊਗਾ, ਤਾਂ ਉਹ ਤਾਂ ਬੱਚੇ ਖੁਦ ਹੀ ਉੜ ਜਾਊਗਾ ਵੋਲੇਟਾਈਲ ਹੋ ਕੇ. ਮੇਰੀ ਗੱਲ ਸਮਝ ਆਈ ਕਿ ਨਹੀਂ? ਸੋ ਰੋਸਟਿੰਗ ਜਾਂ ਕੈਲਸੀਨੇਸ਼ਨ ਐਡ ਕਰ ਲਓ, ਇਟ ਇਜ਼ ਆਲਵੇਜ਼ ਡਨ ਬਿਲੋ ਦ ਮੈਲਟਿੰਗ ਪੁਆਇੰਟ ਆਫ ਦ ਓਰ. Done. Now, so roasting या calcination करके ਆਪਾਂ basically अपने ਜਿਹੜੇ ore ਹੈ ਉਸਨੂੰ ਆਪਾਂ oxide form ਤੱਕ ਲੈ ਕੇ ਆ ਚੁੱਕੇ. So third the second part ਅੱਜ ਆਪਾਂ start ਕਰਾਂਗੇ. So first part was pulverization of ore, second part was concentration of ore, third part the first C, third step the first part C, the conversion of ore into oxide form. ਅੱਛਾ, ਆਕਸਾਈਡ ਫਾਰਮ ਦੇ ਵਿੱਚ ਕਨਵਰਟ ਕਰਨ ਦਾ ਆਪਣਾ ਮੇਨ ਮੋਟਿਵ ਕੀ ਸੀਗਾ ਕਿ ਜਿਹੜੀਆਂ ਆਕਸਾਈਡ ਫਾਰਮਸ ਹੁੰਦੀਆਂ ਨੇ ਦੇ ਆਰ ਈਜ਼ੀਲੀ ਰਿਡਿਊਸਡ. ਦੇਖੋ ਬੱਚੇ, ਆਪਾਂ ਕਿੱਥੋਂ ਲੈ ਕੇ ਆਏ ਹਾਂ? ਜਾਂ ਤਾਂ ਹਾਈਡਰੇਟਡ ਆਕਸਾਈਡ ਜਾਂ ਆਪਣੇ ਕੋਲ ਸੀਗਾ ਕਾਰਬੋਨੇਟ ਔਰ ਜਾਂ ਆਪਣੇ ਕੋਲ ਸੀਗਾ ਸਲਫਾਈਡ. ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਮੈਟਲ ਹੈ ਉਹ ਆਕਸੀਡਾਈਜ਼ ਫਾਰਮ ਚ ਹੈ, +2 +2 +3. ਡਨ. ਆਪਾਂ ਇਹਨੂੰ ਰਿਡਿਊਸ ਕਰਨਾ ਹੈ ਟੂ ਦ ਮੈਟਲ, ਤਾਂ ਉਸ ਤੋਂ ਪਹਿਲਾਂ ਆਪਾਂ ਨੂੰ ਆਕਸਾਈਡ ਬਣਾਉਣ ਦੀ ਕੀ ਜ਼ਰੂਰਤ ਪਈ ਕਿ ਸਲਫਾਈਡਸ, ਕਾਰਬੋਨੇਟਸ, ਹਾਈਡਰੇਟਡ ਆਕਸਾਈਡਸ, ਇਹਨਾਂ ਤਿੰਨਾਂ ਦੇ ਮੁਕਾਬਲੇ ਜਿਹੜੇ ਆਕਸਾਈਡਸ ਨੇ, ਖਾਸ ਤੌਰ ਤੇ ਕੁਐਸਚਨ ਸਲਫਾਈਡ ਵਿੱਚੋਂ ਆਉਂਦਾ ਹੁੰਦਾ ਹੈ, ਠੀਕ ਹੈ ਨਾ, ਕਿ ਵਾਈ ਦ ਸਲਫਾਈਡਸ ਆਰ ਕਨਵਰਟਡ ਇਨਟੂ ਆਕਸਾਈਡਸ ਬਿਫੋਰ ਰਿਡਕਸ਼ਨ. ਤਾਂ ਜਿਹੜੇ ਆਕਸਾਈਡਸ ਫਾਰਮ ਹੁੰਦੇ ਨੇ ਦੇ ਆਰ ਈਜ਼ੀਲੀ ਰਿਡਿਊਸਡ. ਬਸ ਆਪਣਾ ਆਨਸਰ ਕੀ ਹੋਣਾ ਹੈ ਕਿ ਦ ਆਕਸਾਈਡ ਫਾਰਮ ਆਫ ਅ ਮੈਟਲ can be easily reduced as compared to the sulfide form. Done. So ਇਹ ਦੋ ਚੀਜ਼ਾਂ ਤੁਸੀਂ ਐਡ ਆਨ ਕਰ ਲਿਓ. ਇੱਕ ਤਾਂ ਕਿ roasting and calcination is always done below the melting point of the ore.
दूसरा ऑक्साइड फॉर्म्स आर इजीली रिड्यूस्ड एंड दैट इज व्हाई द ओर इज फर्स्ट कन्वर्टेड इनटू द ऑक्साइड। सो हुन ਆਪਾਂ आ रहे हैं बच्चे अपने स्टेप 3 ਤੇ सेकंड पार्ट ਤੇ रिडक्शन टू मेटल ऑक्साइड। सो रिडक्शन टू क्रूड मेटल, सॉरी रिडक्शन टू क्रूड मेटल। सो ਜਿਹੜਾ ਆਪਾਂ ਨੇ ਕੱਲ ਮੈਟਲ ਆਕਸਾਈਡ ਬਣਾ ਲਿਆ, ਹੁਣ ਆਪਾਂ ਉਸ ਤੋਂ ਇੱਕ ਇੰਪਿਓਰ ਕਰੂਡ ਮੈਟਲ ਤੱਕ ਜਾਣਾ ਹੈ, ਠੀਕ ਹੈ। ਸੋ ਇਸ ਦੇ ਲਈ ਆਪਾਂ ਬਹੁਤ ਸਾਰੇ ਰਿਡਿਊਸਿੰਗ ਏਜੰਟਸ ਯੂਜ਼ ਕਰਨੇ ਆ ਐਂਡ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ the most common reducing agent used in chemistry is coke, ठीक है ना। the most common reducing agent used is coke। ता सो देखो मोस्ट कॉमन इज कोक या फिर कार्बन मोनोऑक्साइड, सेकेंड इज हाइड्रोजन, थर्ड इज इन दोनों का कॉम्बिनेशन कार्बन मोनोऑक्साइड प्लस हाइड्रोजन वाटर गैस, टिपिकली यूज्ड इन केस ऑफ निकल। जिथे बच्चे ये सारे फेल हो जाएंगे आपा मेटल्स यूज करने स्टार्ट कर देंगे। केड़े मेटल्स? एल्यूमिनियम, ठीक है। जिथे एल्यूमिनियम भी फेल हो जाएगा वेरी स्ट्रॉन्ग मेटल्स लाइक मैग्नीशियम, सोडियम, पोटेशियम। जिथे ये भी फेल हो जाएंगे अपने को एक ही ऑप्शन बचती है इलेक्ट्रोलिसिस, ठीक है। इन्हां नूं छड्ड के आपां एक दो मेथड्स होर भी करांगे, ठीक है। सो फर्स्टली वी शैल स्टार्ट फ्रॉम कोक या फिर कार्बन मोनोऑक्साइड। एक चीज होर बच्चे मैं सब पहले ही दस दवां कि जिहड़ा ये रिडक्शन फेज है आपां मेटलर्जी दे इस पार्ट को पायरोमेटलर्जी भी बोल देंगे हैं। सो दिस पार्ट इज आल्सो नोन एज the reduction phase of the metallurgical process is also known as pyrometallurgy, or it is also known as thermal reduction। it is also known as thermal reduction। इसका मतलब की है रजे, क्योंकि जेडे ये reduction processes ਹੁੰਦੀਆਂ ਨੇ they are done at very high temperatures। देखो ना pyro ਦਾ मतलब ਕੀ है? heat। thermal is related to temperature, ठीक है ना। so reduction process when carried out at very high temperatures it is also known as thermal reduction or pyrometallurgy बच्चे, ठीक है। so now we shall start off with our first reducing agent, that is coke या फिर कार्बन मोनोऑक्साइड, ठीक है बच्चे। So strongly heating a metal oxide in the presence of coke, very important term बच्चे, is known as smelting, is known as smelting। so लगभग बच्चे again जिਵੇਂ मैं समझा चुका कि this is the most common reducing agent used in chemistry, ठीक है ना। तो ਆਪਾਂ ਇਹ लगभग हर एक ਲਈ यूज कर लेंगे। आयरन, जिंक, कॉपर, टिन, lead, मैग्नीशियम, मैंगनीज, कोबाल्ट। सो लगभग एवरी मेटल कैन बी रिड्यूस्ड एट हाई टेम्परेचर्स यूजिंग कोक या फिर कार्बन मोनोऑक्साइड। अच्छा, रिएक्शन लिखने का तरीका इज वेरी सिंपल। देखो, सो लेट इट बी मैं फेरिक ऑक्साइड को रिड्यूस करना है टू आयरन, ठीक है, यूजिंग कोक या फिर कार्बन मोनोऑक्साइड। तो देखो बच्चे, जिन्ने भी अपने ऑक्साइड के कोल ऑक्सीजन्स है उन्हें कार्बन या कार्बन मोनोऑक्साइड पाओ। सो देखो 3 ऑक्सीजन्स है तो आई ऐड 3 कोक्स या फिर 3 कार्बन मोनोऑक्साइड। अगर तुसी कोक पाया है तो कोक ते ऑक्सीजन ਨੂੰ मिला के कार्बन मोनोऑक्साइड आउट कर दो, और अगर तुसी कार्बन मोनोऑक्साइड पाई है बच्चे तो मोनोऑक्साइड ते ऑक्सीजन ਨੂੰ मिला के CO2 आउट कर, ठीक है। सो वेरी सिंपल टू राइट द रिएक्शंस। जिन्नियां ऑक्सीजन्स अपने ओर कोल हैगियां ने ओने कार्बन दे एटम्स पा दो या फिर कार्बन मोनोऑक्साइड। अगर कार्बन दे पाओगे तो कार्बन मोनोऑक्साइड बाहर कर दो, अगर कार्बन मोनोऑक्साइड पाओगे तो कार्बन डाइऑक्साइड बाहर कर दो। वेरी इजी, ठीक है। सो दिस इज अबाउट रिडक्शन यूजिंग
कार्बन या फिर कार्बन मोनोऑक्साइड। We'll move on to the next by reduction by using hydrogen gas. So the second reducing agent that is commonly used is hydrogen gas. Most commonly used in case of tungsten. So most commonly used in case of tungsten, molybdenum and nickel oxides. Tungsten, molybdenum and nickel oxides. Reaction लिखन दा way out again बच्चे same है देखो. For example अपने पास tungsten oxide है या फिर nickel oxide है. जिन्नियां ऑक्सीजन्स है उन्ने मोल्स हाइड्रोजन दे ऐड कर दो. So 3H2 ਇੱਥੇ ਇੱਕ ऑक्सीजन है तो सिंगल H2. H2 and O मिलके we all know water out हो जाएगा and the metal will be left. So water out and the metal is left. Done. So very easy process. ठीक है ना? So this is reduction using hydrogen gas. Done. ਹੁਣ ਆਪਾਂ ਕੀ ਕਰਦੇ हैं? Next step is hydrogen ਤੇ carbon monoxide ਦਾ combination ਲੈ ਲੈਂਦੇ हैं. ठीक है ना? By using water gas. So next step is the next method, the next reducing agent is, so third, so we use water gas again. So water gas is a combination of hydrogen plus carbon monoxide, and this is typically used for the reduction of nickel oxide. तो आप क्या करते हैं? देखो जेड़ा निकल ऑक्साइड है उसको ਆਪਾਂ ਵਾਟਰ ਗੈਸ ਨਾਲ ਟ੍ਰੀਟ ਕਰਦੇ ਹਾਂ. ਸੋ ਜਿਹੜੀ ਆਪਾਂ ਪਹਿਲਾਂ ਰਿਐਕਸ਼ਨਸ ਲਿਖੀਆਂ ਨੇ ਉਹਨਾਂ ਨੂੰ ਬਸ ਦੋ ਰਿਐਕਸ਼ਨਸ ਨੂੰ ਅਲੱਗ-ਅਲੱਗ ਲਿਖ ਲਓ. ਗੱਲ ਇੱਕੋ ਹੀ ਹੈ. ਕਾਰਬਨ ਮੋਨੋਆਕਸਾਈਡ ਦੇ ਕੇਸ 'ਚ ਕਾਰਬਨ ਡਾਈਆਕਸਾਈਡ ਆਊਟ ਹੋ ਜੂਗੀ ਐਂਡ ਨਿਕਲ ਬਣ ਜੂਗਾ. ਹਾਈਡਰੋਜਨ ਦੇ ਕੇਸ 'ਚ ਵਾਟਰ ਆਊਟ ਹੋ ਜੂਗਾ ਐਂਡ ਨਿਕਲ ਫਾਰਮ ਹੋ ਜੂਗਾ. ਠੀਕ ਹੈ ਨਾ ਜੀ? ਆਪਾਂ ਦੋਨੋਂ ਰਿਐਕਸ਼ਨਸ ਨੂੰ ਕੰਬਾਈਨ ਕਰਕੇ ਸਿੰਗਲ 'ਚ ਵੀ ਲਿਖ ਸਕਦੇ ਹਾਂ. ਕਿਦਾਂ? 2 molecules of nickel oxide plus H2 plus CO gives you 2 nickels plus H2O plus CO. ਆਪਾਂ ਇੱਕ ਸਿੰਗਲ ਰਿਐਕਸ਼ਨ ਵੀ ਬਣਾ ਕੇ ਲਿਖ ਸਕਦੇ ਹਾਂ. ਠੀਕ ਹੈ? So this is called reduction using water gas ਬੱਚੇ. Now we shall move to the fourth reducing agent. ਬੱਚੇ ਹੁਣ ਇਹ ਇੰਪੋਰਟੈਂਟ ਹੈ, ਧਿਆਨ ਨਾਲ ਕਰਨਾ ਹੈ. ਠੀਕ ਹੈ ਨਾ? So this is reduction using aluminium metal. So reduction by using aluminium metal and typically used for the reduction of oxides of chromium and iron. Typically used for the reduction of oxides of chromium and iron. ठीक है ना जी? ਹੁਣ देखो सो बच्चे हुणे ध्यान नाल एक दो डेफिनेशंस इत्थे करनियां ने. ठीक है ना? वेरी इंपॉर्टेंट एंड थोड़ा बहुत कंफ्यूजिंग. सो देखो हुण आपां आयरन ऑक्साइड लिया. अच्छा रिएक्शन इज वेरी सिंपल. ठीक है? चाहे आयरन है चाहे क्रोमियम है, रिएक्शन इज वेरी सिंपल. आपां इस दे विच एल्यूमीनियम ऐड करांगे एज द रिड्यूसिंग एजेंट. इत्थे आयरन +3 है, एल्यूमीनियम दी वैलेंसी भी बच्चे +3 हुंदी है. सो दो एल्यूमीनियम्स ले लो. So alumina out हो जाएगा A2O3 and iron will be reduced. Done. ठीक है? So reaction is very simple. So इसमें कुछ भी नहीं है. Now the point to be remembered is कि this reaction is highly exothermic in nature. The reaction is highly exothermic in nature. यानी कि ਇਹਦੇ ਵਿੱਚ ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਹੁੰਦੀ ਹੈ. ਐਂਡ ਜਿਹੜਾ ਟੈਂਪਰੇਚਰ ਹੈ ਬੱਚੇ ਉਹ 14-1500 ਕੈਲਵਿਨ ਤੱਕ ਚਲਾ ਜਾਂਦਾ ਹੈ. ਐਂਡ ਦੈਟ ਇਜ਼ ਵਾਈ ਜਿਹੜਾ ਮੈਟਲ ਆਪਾਂ ਨੂੰ ਮਿਲੂਗਾ, ਚਾਹੇ ਉਹ ਕ੍ਰੋਮੀਅਮ ਹੈ ਚਾਹੇ ਉਹ ਆਇਰਨ ਹੈ, ਇਟ ਵਿਲ ਬੀ ਇਨ ਦ ਫਾਰਮ ਆਫ ਅ ਲਿਕੁਇਡ, ਯਾਨੀ ਕਿ ਮੋਲਟਨ ਫਾਰਮ ਦੇ ਵਿੱਚ. ਜਿਹੜਾ ਇਹ ਆਇਰਨ ਮਿਲੂਗਾ, ਮੈਂ ਆਇਰਨ ਦੀ ਐਗਜ਼ਾਮਪਲ ਹੀ ਦੇ ਰਿਹਾ. ਨਾਰਮਲੀ ਬੁక్స్ ਦੇ ਵਿੱਚ ਜਾਂ ਤੁਸੀਂ ਨੋਟਸ ਚੈੱਕ ਕਰੋਗੇ ਤਾਂ ਆਪਾਂ ਨੂੰ ਐਗਜ਼ਾਮਪਲਸ ਕ੍ਰੋਮੀਅਮ ਵਗੈਰਾ ਦੀਆਂ ਮਿਲਣਗੀਆਂ. ਠੀਕ ਹੈ? Why I am giving you iron the example? Because एक काफी practical example है, ਆਪਾਂ ਨੂੰ use ਆਂਦੀ ਹੈ. So ਦੇਖੋ ਹੁਣ ਆਪਾਂ ਨੂੰ ਜਿਹੜਾ ਮੈਟਲ ਮਿਲਿਆ that is in the form of molten iron. ਹੁਣ ਦੇਖੋ ਰਤੇ. So first of all ਜਿਹੜੀ ਇਹ process ਹੈ, ਇਸ process ਨੂੰ ਆਪਾਂ ਇੱਕ name ਦਿੰਨੇ ਆ special
Aluminothermy. So first important definition under this topic कि what do you mean by aluminothermy? So है कुछ भी नहीं, तुसी की लिखोगे कि when aluminium is used as the reducing agent for metal oxides like iron and chromium, the reaction is highly exothermic and a lot of heat is produced, and that is why the reaction is called aluminothermy. ठीक है ना? Alumino stands for aluminium, thermy stands for temperature. So बहुत ज़्यादा temperature produce होता है, that is why aluminothermy. Now, second, since the metal is produced in the molten form, ठीक है राजे? So तुसी process सुनी होगी welding, है ना? Welding किਵੇਂ ਹੁੰਦੀ है? कि let it be this is your एक iron article, ठीक है? ਇਹ iron article दो हिस्सों ਚ टूट गया. Done? ਜਿਹਨੂੰ ਆਪਾਂ ਵੈਲਡ ਕਰਵਾਉਂਦੇ ਹੁੰਦੇ ਆ ਤੇ ਤੁਸੀਂ ਕਦੇ ਵੈਲਡਿੰਗ ਦੇਖੀ ਹੋਏਗੀ, ਉਹ ਕੀ ਕਰਦੇ ਨੇ, ਇੱਕ ਪਤਲੀ ਜੀ ਵਾਇਰ ਹੁੰਦੀ ਹੈ ਉਹਨਾਂ ਕੋਲੇ ਲੋਹੇ ਦੀ, ਉਹਨੂੰ ਉੱਪਰ ਰੱਖ ਕੇ ਪਿਘਲਾਉਂਦੇ ਜਾਂਦੇ ਨੇ, ਉਹਦੇ ਡ੍ਰੌਪਸ ਨੀਚੇ ਗਿਰਦੇ ਰਹਿੰਦੇ ਨੇ ਉਹਦੇ ਵਿੱਚ, ਅਲਟੀਮੇਟਲੀ ਇੱਕ ਗੈਪ ਫਿਲ ਹੋ ਜਾਂਦਾ ਹੈ ਐਂਡ ਕੁਝ ਐਦਾਂ ਦਾ ਸਟਰਕਚਰ ਬਣ ਜਾਂਦਾ ਹੈ, ਉਸ ਨੂੰ ਉੱਪਰੋਂ ਸਾਫ਼ ਕਰਕੇ ਉਹ ਦੁਬਾਰਾ ਪਲੇਨ ਕਰ ਦਿੰਦੇ ਨੇ. ਦਿਸ ਇਜ਼ ਕਾਲਡ ਵੈਲਡਿੰਗ. ਠੀਕ ਹੈ? ਸੋ ਜਿਹੜਾ ਇਹ ਆਇਰਨ ਹੈ ਜਾਂ ਕੋਈ ਵੀ ਮੈਟਲ ਹੈ, ਠੀਕ ਹੈ, it is produced in the molten form, and that is why it can be used for the welding of heavy articles बच्चे, ਜਿਹੜੇ girders ਹੁੰਦੇ ਨੇ ਜਾਂ rail tracks ਹੁੰਦੇ ਨੇ, ਹੈ ਨਾ, ਤਾਂ ਉਹਨਾਂ ਦੀ welding ਲਈ ਇਹ use ਹੁੰਦਾ ਹੈ, and that process is known as Goldschmidt thermite welding process. Goldschmidt thermite welding process. Done. So this is about reduction with aluminium. So इसको चंगी तरह पढ़ लेना है बच्चे. So again I repeat. ਹੁਣ देखो अगर ਆਪਾਂ ਨੂੰ ਆਂਦਾ write a note on aluminothermy ਤਾਂ ਉੱਥੇ ਇਹਦਾ ਕੋਈ ਰੋਲ ਨਹੀਂ ਹੈ. Alumino means aluminium, thermo means temperature. ਤਾਂ ਆਪਾਂ ਕੀ ਲਿਖਾਂਗੇ ਕਿ reduction with aluminium is highly exothermic. So when metals like metal oxides like chromium oxide, iron oxide are reduced by using aluminium as a reducing agent, the reaction is highly exothermic and a lot of heat is produced, and the process is called aluminothermy. Done. अगर अपन को अंदर write a note on Goldschmidt thermite welding process, फिर अपन लिखांगे कि reduction using aluminium is highly exothermic and a lot of heat is produced, and ਜਿਹੜਾ metal ਆਪਾਂ reduce ਕਰਦੇ ਹਾਂ, it is obtained in the form of molten metal and it can be used for welding purposes, and that process is called Goldschmidt thermite welding process. Done राजे? ठीक है? So this is about reduction with aluminium. Now we shall move on to our next reducing agent. So the next reducing agent is बच्चे strong metals, ਜਿਹੜੇ ਹੁਣ aluminium ਤੋਂ ਵੀ strong metals है. So reduction by using metals like magnesium, calcium, sodium, potassium, etc. Fine. So ਜਿਹੜੇ aluminium ਤੋਂ ਵੀ strong metals है बच्चे. These metals are used ਜਦੋਂ reduction process ਹੋਰ ਵੀ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ. ਠੀਕ ਹੈ ਨਾ? So ਆਪਾਂ ਕਦੋਂ use ਕਰਦੇ ਹਾਂ ਬੱਚੇ ਇਸ ਨੂੰ? Reduction of titanium, vanadium, zirconium. ਗੱਲ ਇਹ ਨਹੀਂ ਹੈ ਕਿ ਕਿਹੜੇ metals. मुद्दा is कि it is used for the reduction of not oxides, chlorides of titanium, vanadium and zirconium. Titanium, vanadium and zirconium. So बच्चे ਜਿਹੜੇ chlorine ਹੁੰਦੀ ਹੈ ਨਾ, ਉਸਦੇ bonds ਜ਼ਿਆਦਾ strong ਹੁੰਦੇ ਹੈ, ऑक्सीजन ज्यादा इलेक्ट्रोनेगेटिव है. ठीक है? सो क्लोरीन ਨੂੰ ਰਿਮੂਵ ਕਰਨਾ ਮੈਟਲ ਦੇ ਵਿੱਚੋਂ ਜ਼ਿਆਦਾ ਟਫ ਹੈ. ਠੀਕ ਹੈ? ਬਟ ਵੀ ਨੋ ਕਿ ਜਿਹੜੇ ਐਲਕਲੀ ਮੈਟਲਸ ਨੇ, they have a very high affinity for halogens. ਠੀਕ ਹੈ? ਸੋ ਆਪਾਂ ਜਦੋਂ ਆਪਣੇ ਕੋਲ ਇਹ ਕਲੋਰਾਈਡਸ ਹੁੰਦੇ ਨੇ, ਟਿਟੈਨੀਅਮ ਟੈਟਰਾਕਲੋਰਾਈਡ, zirconium ਟੈਟਰਾਕਲੋਰਾਈਡ, vanadium ਟੈਟਰਾਕਲੋਰਾਈਡ, ਤਾਂ ਇਹਨਾਂ ਦੀ ਰਿਡਕਸ਼ਨ ਲਈ ਆਪਾਂ ਯੂਜ਼ ਕਰਦੇ ਹਾਂ very strong metals like sodium, potassium. ਠੀਕ ਹੈ? ਤਾਂ ਇਹ metals they easily combine with halogens and get oxidized, and जो अपना metal है उसको ਕੀ कर ਦਿੰਦੇ ਨੇ? Reduce. Fine. So this is your fifth reducing agent. Strong metals like
alkali metals and alkaline earth metals बच्चे. Next, so we'll come on to the sixth method now. So we'll come on to the sixth method now. So बच्चे ਹੁਣ अगर कोई metal होवे जिथे ਆਪਾਂ ਇਹਨਾਂ ਨੂੰ ਵੀ ਨਹੀਂ यूज कर सकते है ना, like for example ਤੁਸੀਂ sodium chloride ਚੋਂ sodium reduce करना है, potassium chloride ਚੋਂ potassium reduce करना है, तो ਉਹੀ ਜਿਹੇ ਕੇਸ ਆਪਾਂ ਸਿਰਫ ਕੀ यूज कर सकते हैं, electrolysis. So our next method is electrolytic reduction. So ਆਪਾਂ ਕਿਹਦੇ ਲਈ use ਕਰਦੇ ਹਾਂ, used for the reduction of very strong metals. So used for the reduction of highly electropositive metals, highly electropositive या reactive metals. ਕਿਹੜੇ ਕਿਹੜੇ ਬੱਚੇ, like alkali metals, alkaline earth metals and कुछ हद तक aluminium. So ਜਿਹੜੇ ਬਹੁਤ strong metals ਹੈ ਦੇਖੋ, ਉਹਨਾਂ ਲਈ ਆਪਾਂ ਕੀ use ਕਰਾਂਗੇ, electrolytic reduction. So ਦੇਖੋ ਆਪਾਂ products of electrolysis ਕਰ ਚੁੱਕੇ, ਆਪਾਂ molten sodium chloride ਲਵਾਂਗੇ, it will break down into Na positive and Cl negative. So ਜਿਹੜਾ Na positive ਹੈ ਉਹ cathode ਤੇ ਜਾ ਕੇ electrons gain ਕਰਕੇ reduce ਹੋ ਜਾਊਗਾ to sodium metal, and chlorine है जेडी वो एनोड पे जाके इलेक्ट्रॉन लूज करके will get converted into chlorine gas which will escape. ठीक है, so ये सारा ਆਪਾਂ products of electrolysis ਦੇ ਵਿੱਚ already cover कर चुके बच्चे. ठीक है, so we'll move on to the next method of reduction. ठीक है, so we'll move on to the next method of reduction. So method number 7, जिसको अपन कहते हैं बच्चे सेल्फ और ऑटो रिडक्शन. सेल्फ और ऑटो रिडक्शन. सो नेम खुद दस रहा बच्चे कि अपन कोई बाहरों एक्स्ट्रा रिड्यूसिंग एजेंट यूज ही नहीं करांगे. ठीक है ना, जेड़ा मेटल है वो खुद ब खुद ऑटोमेटिकली रिड्यूस होगा. किद्दां होगा, इधर देखो बच्चे. So self or auto reduction उनमें की लिखवाया सी, it is typically used in case of lead, mercury and copper. ठीक है, ਜਿਹੜੇ ਤਿੰਨ ਮੈਟਲਸ ਹੈ ਇਹ ਆਪਾਂ ਨੂੰ ਸੈਲਫ ਜਾਂ ਆਟੋ ਰਿਡਕਸ਼ਨ ਨਾਲ ਮਿਲਦੇ ਨੇ. I'll explain you the case of copper. ਠੀਕ ਹੈ ਨਾ, ਕਿਉਂਕਿ ਕਾਪਰ ਦੀ ਪੂਰੀ ਮੈਟਲਰਜੀਕਲ ਪ੍ਰੋਸੈਸ ਆਪਣੇ ਸਿਲੇਬਸ 'ਚ ਹੈ. ਠੀਕ ਹੈ ਨਾ, ਸੋ ਬੁੱਕਸ ਜਾਂ ਨੋਟਸ ਦੇ ਵਿੱਚ ਨਾਰਮਲੀ ਆਟੋ ਰਿਡਕਸ਼ਨ ਮਿਲੂਗੀ ਮਰਕਿਊਰੀ ਦੀ ਜਾਂ ਲੈਡ ਦੀ. ਠੀਕ ਹੈ ਨਾ, ਆਪਾਂ ਇੱਥੇ ਕਾਪਰ ਦੀ ਕਰਦੇ ਹਾਂ, ਗੱਲ ਤਾਂ ਇੱਕੋ ਹੀ ਹੈ ਬੱਚੇ. ਸੋ ਦੇਖੋ ਆਪਣੇ ਪਾਸ copper is extracted from copper pyrite, CuFeS2, copper pyrite. ਆਪਾਂ ਕਰਾਂਗੇ ਪੂਰੀ ਮੈਟਲਰਜੀਕਲ ਪ੍ਰੋਸੈਸ CuFeS2. ਠੀਕ ਹੈ, ਜਦੋਂ ਤੁਸੀਂ ਇਸ ਦੀ ਰੋਸਟਿੰਗ ਕਰੋਗੇ ਬੱਚੇ, ਰੋਸਟਿੰਗ ਕਰਨ ਤੇ ਪਹਿਲਾਂ ਆਇਰਨ ਤੇ ਕਾਪਰ ਦੇ ਸਲਫਾਈਡਸ ਅਲੱਗ-ਅਲੱਗ ਹੋ ਜਾਣਗੇ. Copper will give you Cu2S, iron will give you FeS. ਆਪਾਂ FeS ਨੂੰ ਇੱਥੇ ਛੱਡ ਦੋ ਕਿ ਆਪਣਾ ਮੁੱਦਾ ਹੈ ਨਹੀਂ ਉਹ ਆਪਾਂ ਕਰਾਂਗੇ ਜਦੋਂ ਆਪਾਂ ਕਾਪਰ ਦੀ ਮੈਟਲਰਜੀ ਪੂਰੀ ਦੀ ਪੂਰੀ ਕਰਾਂਗੇ. ਹੁਣ ਕਾਪਰ ਸਲਫਾਈਡ ਤੇ ਆ ਜਾਓ. ਸੋ ਜਦੋਂ ਆਪਾਂ ਇਸ ਦੀ ਰੋਸਟਿੰਗ ਕਰ ਰਹੇ ਹਾਂ, ਆਪਾਂ ਰੋਸਟਿੰਗ ਦੀ ਪ੍ਰੋਸੈਸ ਕੱਲ ਕੀਤੀ ਸੀ ਨਾ, ਜਦੋਂ ਆਪਾਂ ਰੋਸਟਿੰਗ ਕਰ ਰਹੇ ਹਾਂ ਦੇਖੋ ਰੋਸਟਿੰਗ ਦੇ ਦੌਰਾਨ ਹੀ ਆਪਾਂ ਨੂੰ ਕਾਪਰ ਮਿਲ ਜੂਗਾ. ਕਿਵੇਂ? ਸੋ ਜਦੋਂ ਆਪਾਂ ਰੋਸਟਿੰਗ ਕਰਾਂਗੇ by strongly heating in the presence of air, ਤਾਂ ਆਪਣੇ ਕੋਲ ਦੇਖੋ ਬੱਚੇ ਕੀ ਹੋਊਗਾ, SO2 out plus cuprous sulfide will get converted into cuprous oxide. Done. इसको हम बैलेंस कर लेते हैं. So oxygens, so we'll put 2 here, 2 here, 2 नहीं. ਇਹਦੀ ਬਜਾਏ ਆਪਾਂ ਕੀ ਕਰੋ, so Cu2 O2 O2 3/2 ਡਨ. ਸੋ ਇਸ ਨੂੰ ਹੁਣ 2 ਨਾਲ ਮਲਟੀਪਲਾਈ ਕਰ ਦੋ, ਸਾਡੇ ਕੋਲ ਬੈਲੈਂਸ ਦੀ ਇਕੁਏਸ਼ਨ ਆ ਜਾਊਗੀ. ਠੀਕ ਹੈ ਬੱਚੇ, ਸੋ ਆਪਾਂ ਨੇ cuprous sulfide ਨੂੰ cuprous oxide ਚ ਕਨਵਰਟ ਕਰਨਾ ਹੈ in case of roasting. ਠੀਕ ਹੈ, ਨਾਓ ਹੁਣ ਕੀ ਹੋਏਗਾ ਜਦੋਂ ਆਪਾਂ ਰੋਸਟਿੰਗ ਕਰ ਰਹੇ ਹੋਵਾਂਗੇ ਬੱਚੇ, ਸਲਫਾਈਡ ਆਕਸਾਈਡ ਦੇ ਵਿੱਚ ਕਨਵਰਟ ਹੋ ਰਿਹਾ ਹੈ. ਠੀਕ ਹੈ,
ਜਿਵੇਂ ਹੀ ਸਲਫਾਈਡ ਆਕਸਾਈਡ ਦੇ ਵਿੱਚ ਕਨਵਰਟ ਹੋ ਰਿਹਾ ਹੈ ਤੇ ਆਕਸਾਈਡ ਬਣਨਾ ਸਟਾਰਟ ਹੋ ਗਿਆ ਤਾਂ ਜਿਹੜਾ ਬਚਿਆ ਹੋਇਆ ਸਲਫਾਈਡ ਹੈ ਆਕਸਾਈਡ ਨਾਲ ਰਿਐਕਟ ਹੋਣਾ ਸ਼ੁਰੂ ਹੋ ਜਾਊਗਾ। ਦੇਖੋ ਕਿਵੇਂ cuprous sulfide will keep on reacting with cuprous oxide 2 moles SO2 ਬਾਹਰ ਹੁੰਦੀ ਜਾਊਗੀ ਤੇ ਦੇਖੋ ਆਪਣੇ ਕੋਲ ਕੀ ਬਚ ਗਿਆ ਬੱਚੇ 6 moles of copper। ਸੋ ਇੱਥੇ ਇਹ ਵਾਲਾ ਕਾਪਰ ਵੀ +1 ਸੀ ਇਹ ਵੀ +1 ਸੀ ਤਾਂ ਇਸਨੇ ਇਹਨੂੰ ਰਿਡਿਊਸ ਕਰਤਾ ਇਸਨੇ ਇਹਨੂੰ ਰਿਡਿਊਸ ਕਰਤਾ। ਸੋ ਐਟ ਦ ਐਂਡ ਆਫ ਦ ਡੇ ਆਪਾਂ ਨੂੰ ਇਹਦੇ ਵਿੱਚ ਕੋਈ ਸੈਪਰੇਟ ਰਿਡਿਊਸਿੰਗ ਏਜੰਟ ਪਾਉਣ ਦੀ ਜ਼ਰੂਰਤ ਨਹੀਂ ਪਈ। ਡਨ। So this is known as self reduction ਜਾਂ auto reduction where ਜਿਹੜਾ metal ਹੈਗਾ ਉਸਦਾ ਆਕਸਾਈਡ ਤੇ ਸਲਫਾਈਡ ਆਪਸ ਵਿੱਚ ਰਿਐਕਟ ਕਰਕੇ ਰਿਡਿਊਸ ਹੋ ਜਾਂਦੇ ਨੇ। ਆਪਾਂ ਨੂੰ ਬਾਹਰੋਂ ਕੋਈ ਸੈਪਰੇਟ ਰਿਡਿਊਸਿੰਗ ਏਜੰਟ ਐਡ ਕਰਨ ਦੀ ਬੱਚੇ ਜ਼ਰੂਰਤ ਨਹੀਂ ਪੈਂਦੀ। ਠੀਕ ਹੈ ਨਾ। So this is your reduction method number 7. So move on to the next method of reduction which is called hydro। so method number 8 बच्चे hydrometallurgy or we call it displacement method। so hydrometallurgy or we call it displacement method or we call it precipitation method। so hydrometallurgy displacement method or precipitation method। so बच्चे हुन ध्यान नाल सुनो ਇੱਥੇ ਸਾਨੂੰ ਕੁਝ ਵੀ ਐਕਸਟਰਾ ਕਰਨ ਦੀ ਜ਼ਰੂਰਤ ਨਹੀਂ। ਸੋ ਧਿਆਨ ਨਾਲ ਸੁਣੋ ਇੱਥੇ ਆਪਾਂ ਨੂੰ ਕੁਝ ਵੀ ਐਕਸਟਰਾ ਕਰਨ ਦੀ ਜ਼ਰੂਰਤ ਨਹੀਂ ਸਿਰਫ ਔਰ ਸਿਰਫ ਰਿਵਾਈਜ਼ ਕਰ ਲੈਣਾ ਹੈ ਕਨਸੈਂਟ੍ਰੇਸ਼ਨ ਦੇ ਵਿੱਚੋਂ ਮੈਕ ਐਰਥਰ ਫੋਰੈਸਟ ਸਾਇਨਾਈਡ ਪ੍ਰੋਸੈਸ। ਯਾਦ ਹੈ ਨਾ ਆਪਾਂ ਨੇ ਲੀਚਿੰਗ ਕੀਤੀ ਸੀ। ਲੀਚਿੰਗ ਦੇ ਵਿੱਚ ਐਲੂਮੀਨਾ ਲਈ ਆਪਾਂ ਨੇ ਕੀਤਾ ਸੀ ਬੇਅਰਸ ਮੈਥਡ ਐਂਡ ਸਿਲਵਰ ਐਂਡ 골ਡ ਲਈ ਆਪਾਂ ਨੇ ਕੀਤਾ ਸੀ ਮੈਕ ਐਰਥਰ ਫੋਰੈਸਟ ਸਾਇਨਾਈਡ। ਦੇਖੋ ਮੈਂ ਰਿਵਾਈਜ਼ ਕਰਵਾਉਣਾ ਹੈ ਸਿਰਫ ਸਿਲਵਰ ਦੇ ਕੇਸ 'ਚ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਉਹਦੇ ਵਿੱਚ ਰਿਡਕਸ਼ਨ ਆਪਣੇ ਆਪ ਹੀ ਹੋਗੀ। ਇੱਧਰ ਦੇਖੋ ਬੱਚੇ ਆਪਾਂ ਨੇ ਕੀ ਕੀਤਾ ਸੀ ਕਿ ਆਪਣੇ ਕੋਲ ਜਿਹੜਾ ਆਰਗੈਂਟਾਈਟ ਔਰ ਹੈ ਆਪਾਂ ਉਸ ਨੂੰ ਪਹਿਲਾਂ ਟ੍ਰੀਟ ਕੀਤਾ ਸੀ ਵਿਦ ਸੋਡੀਅਮ ਸਾਇਨਾਈਡ। ਠੀਕ ਹੈ ਇਹਨਾਂ ਦੋਨਾਂ ਨੇ ਆਪਸ 'ਚ ਮਿਲ ਕੇ ਸੋਡੀਅਮ ਸਲਫਾਈਡ ਹੋ ਗਿਆ ਆਊਟ ਤੇ ਆਪਣੇ ਕੋਲ ਇੱਕ ਕੰਪਲੈਕਸ ਬਣ ਗਿਆ ਸੀ NaAgCN whole twice। ਡਨ। ਠੀਕ ਹੈ ਬਈ ਇਹ ਜਿਹੜਾ ਕੰਪਲੈਕਸ ਸੀ ਦੇਖੋ ਹੁਣ ਆਪਾਂ ਨੇ ਲੀਚਿੰਗ ਕਿਵੇਂ ਕੀਤਾ ਸੀ ਲੀਚਿੰਗ ਇੱਥੇ ਕੰਪਲੀਟ ਹੋ ਗਈ ਕਿਉਂਕਿ this complex is water soluble। ਯਾਦ ਹੈ ਨਾ ਇਹ ਕੰਪਲੈਕਸ ਵਾਟਰ ਸੋਲੂਬਲ ਸੀ ਇੰਪਿਉਰਿਟੀਜ਼ ਵਿਲ ਰਿਮੇਨ ਇਨਸੋਲੂਬਲ ਇਨ ਵਾਟਰ। ਸੋ ਆਪਾਂ ਨੂੰ ਫਿਲਟਰ ਆਊਟ ਕਰਕੇ ਆਪਣਾ ਕੰਪਲੈਕਸ ਅਲੱਗ ਕਰ ਲਾਂਗੇ। ਠੀਕ ਹੈ ਨਾ। ਸੋ ਜਿਹੜੀ ਆਪਣੀ ਲੀਚਿੰਗ ਦਾ ਮੈਥਡ ਸੀ ਉਹ ਕਨਸੈਂਟ੍ਰੇਸ਼ਨ ਲਈ ਸੀ ਉਹ ਕਨਸੈਂਟ੍ਰੇਸ਼ਨ ਇੱਥੇ ਪੂਰੀ ਹੋ ਗਈ। ਹੁਣ ਆਪਾਂ ਇਹਨੂੰ ਫਿਲਟਰ ਆਫ ਕਰ ਲਿਆ ਫਿਲਟਰ ਆਫ ਕਰਕੇ ਆਪਣੇ ਕੋਲੇ ਬਣ ਗਿਆ ਅਗਲਾ ਸਟੈਪ ਕੀ ਸੀ ਬੱਚੇ ਯਾਦ ਹੋਊਗਾ ਤੁਹਾਨੂੰ ਆਪਾਂ ਨੇ ਫਿਲਟਰ ਕਰਨ ਤੋਂ ਬਾਅਦ ਇਹਦੇ ਵਿੱਚ ਐਡ ਕੀਤਾ ਸੀ ਜ਼ਿੰਕ। ਠੀਕ ਹੈ ਨਾ which is a highly reactive metal। ਆਪਾਂ ਨੇ ਕਿਹਾ ਸੀ ਇਹਦਾ ਰਿਡਕਸ਼ਨ ਪੋਟੈਂਸ਼ੀਅਲ ਕਿੰਨਾ ਹੁੰਦਾ ਹੈ -0.76 ਸਿਲਵਰ ਦਾ ਕਿੰਨਾ ਹੁੰਦਾ ਹੈ 0.80। ਸੋ ਇਸ ਨੂੰ ਰਿਪਲੇਸ ਕਰੂੰਗਾ ਸੋ ਆਪਣੇ ਕੋਲ ਬਣ ਜਾਊਗਾ Na2Zn CN4 silver will be removed। so ਹੁਣ ਦੇਖੋ ਬੱਚੇ ਹਾਈਡਰੋਮੈਟਲਰਜੀ ਕਿਉਂਕਿ ਜਿਹੜਾ ਆਪਣਾ ਕੰਪਲੈਕਸ ਸੀ that was water soluble। ਸੋ ਆਪਾਂ ਪਾਣੀ ਦੇ ਵਿੱਚ ਕਰ ਰਹੇ ਹਾਂ ਪ੍ਰੋਸੈਸ ਹਾਈਡਰੋਮੈਟਲਰਜੀ। ਡਿਸਪਲੇਸਮੈਂਟ ਮੈਥਡ ਜ਼ਿੰਕ ਨੇ ਸਿਲਵਰ ਨੂੰ ਕੀ ਕਰ ਲਿਆ ਬੱਚੇ ਡਿਸਪਲੇਸ। ਡਨ। ਪ੍ਰਿਸਿਪੀਟੇਸ਼ਨ ਮੈਥਡ ਜਿਹੜਾ ਆਪਣਾ 골ਡ ਜਾਂ ਸਿਲਵਰ ਹੈ ਉਹ ਕੀ ਹੋ ਗਿਆ ਰਾਜੇ ਪ੍ਰਿਸਿਪੀਟੇਟ ਆਊਟ। ਡਨ। ਸੋ ਡਿਟੋ ਮੈਕ ਐਰਥਰ ਫੋਰੈਸਟ ਸਾਇਨਾਈਡ ਪ੍ਰੋਸੈਸ ਹੈ ਕੋਈ ਸੈਪਰੇਟ ਰਿਐਕਸ਼ਨਸ ਨੂੰ ਰੱਟਾ ਨਹੀਂ ਮਾਰਨਾ ਆਪਾਂ ਨੇ। ਠੀਕ ਹੈ ਨਾ। ਸੋ ਜਿਹੜੀ ਇਹ ਡਿਸਪਲੇਸਮੈਂਟ ਮੈਥਡ ਹੈ ਰਿਡਕਸ਼ਨ ਮੈਥਡ that is covered under MacArthur process। done ਬੱਚੇ। so these are your processes ਜਾਂ various methods for reduction of metal oxides to crude metal। so ਇਹਨਾਂ ਵਿੱਚੋਂ depending upon ਕਿ ਆਪਣਾ ਕਿਹੜਾ ਮੈਟਲ ਹੈ ਇਹਨਾਂ ਵਿੱਚੋਂ ਆਪਾਂ ਕੋਈ ਵੀ reducing agent use ਕਰਦੇ ਹਾਂ and the most common reducing agent used is coke ਜਾਂ ਫਿਰ carbon monoxide। ਠੀਕ ਹੈ ਨਾ ਜੀ।
ਹੁਣ ਆਪਾਂ ਰਿਡਕਸ਼ਨ ਦੇ ਨਾਲ ਹੀ ਰਿਲੇਟਡ ਇੱਕ ਹੋਰ ਟੌਪਿਕ ਕਰਨਾ ਹੈ which is known as एलिंगम डायग्राम्स। एलिंगम डायग्राम्स करके अपना रिडक्शन का प्रोसेस की हो जाएगा बच्चे कंप्लीट एंड फिर अपने को सिर्फ एक स्टेप रह जाएगा मेटलर्जी का, रिफाइनिंग या फिर प्यूरिफिकेशन ऑफ द मेटल। सो लेट्स स्टार्ट ऑफ विद एलिंगम डायग्राम्स नाउ। सो बच्चे द लास्ट टॉपिक फॉर दिस लेक्चर इज एलिंगम डायग्राम्स। हुण देखो बच्चे एलिंगम डायग्राम्स एक ईजी चीज है बट ਇਹਦੇ ਵਿੱਚੋਂ क्वेश्चन कॉमनली आ जाते हैं, ठीक है ना। सो देखो जरा आपा एलिंगम डायग्राम्स कहने किसनों है। सो देखो दिस इज बेसिकली अ ग्राफ। सो एलिंगम डायग्राम बच्चे एक ग्राफ है बिटवीन कुछ भी नहीं है। सो जरा वैसे ही ओपन माइंड करके इसको सुनो। सो देखो द ग्राफ इज बिटवीन डेल्टा जी एंड टेम्परेचर, ठीक है। आपा अच्छा फर्स्ट ऑफ ऑल कि एलिंगम डायग्राम किहदे नाल रिलेटेड है, टू द रिडक्शन प्रोसेस, है ना, टू द रिड्यूसिंग एजेंट्स। दूसरा एलिंगम डायग्राम किहदे लिए बनाई जाती है, एलिंगम डायग्राम इज मेड फॉर दिस रिएक्शन कि मेटल प्लस ऑक्सीजन गिव्स यू मेटल ऑक्साइड, ठीक है ना। देखो जेड़ा मेटल खुद जल्दी ऑक्सीडाइज होगा वही दूसरे को रिड्यूस करूंगा ना, यू गेटिंग अ पॉइंट। आपका कर रहे हैं रिडक्शन प्रोसेस एंड रिड्यूसिंग एजेंट्स। जो चीज खुद जेड़ा मेटल खुद ऑक्सीडाइज होगा वो दूसरे को की करूंगा, रिड्यूस, ठीक है ना। तो इस करके आपा ग्राफ प्लॉट करते हैं बिटवीन डेल्टा जी एंड टेम्परेचर फॉर वेरियस फॉर द ऑक्सीडेशन ऑफ वेरियस मेटल्स। जेड़ा मेटल जितना इजीली ऑक्सीडाइज होगा उतना ही बच्चे वो बेटर रिड्यूसिंग एजेंट होगा। डन। हुण देखो अपन नीचे प्लॉट करते हैं नेगेटिव वैल्यूज पे। लेट इट बी डेल्टा जी इज -1000 किलो जूल्स एंड जिवे जिवे आप ऊपर जा रहे हैं एक स्टेज पे बच्चे डेल्टा जी की हो जाएगी 0 एंड देन द पॉजिटिव वैल्यूज विल आल्सो स्टार्ट, ठीक है। एंड आपन को ये भी पता है आप +1 थर्मोडायनामिक्स पढ़ते हैं, डेल्टा जी इज इक्वल टू डेल्टा एच माइनस टी डेल्टा एस, ठीक है। इक्वेशन का नाम की होता है गिब्स हेल्महोल्ट्ज इक्वेशन, जिथों आप कहने होते हैं कि फॉर अ रिएक्शन टू बी स्पॉन्टेनियस डेल्टा जी शुड बी नेगेटिव, ठीक है। ते अपन को ये भी पता लग रहा है कि जेड़ा ये ग्राफ दी स्लोप होगी ये ऊपर को जाऊगी किसी भी मेटल ਲਈ, चाहे वो इथों स्टार्ट होवे चाहे इथों जाऊगी ऐदा, क्योंकि जिवे जिवे टेंपरेचर बढ़ूगा डेल्टा जी विल बी मोर नेगेटिव। मेरी गल समझ गए ना, डेल्टा जी नेगेटिव होती जाऊगी। हुण देखो रे, सो सुनो ध्यान नाल, इधर देखो। सो अपने पास आप ग्राफ्स प्लॉट करांगे बिटवीन द ऑक्सीडेशन ऑफ, ग्राफ प्लॉट करांगे बिटवीन डेल्टा जी एंड टेम्परेचर फॉर द ऑक्सीडेशन ऑफ वेरियस मेटल्स टू मेटल ऑक्साइड्स, ठीक है। तो हम देखो बिल्कुल नीचे अपने को केड़े मेटल्स होंगे बच्चे, जेडे वेरी स्ट्रॉन्ग मेटल्स है, ठीक है ना। नीचे केड़े मेटल्स पे होंगे जेडे बहुत स्ट्रॉन्ग मेटल्स है। सो अच्छा एक चीज और, मतलब मोस्ट ऑफ द ग्राफ्स या तो स्ट्रेट लाइंस जाएंगे या कितने ना कितने जाके ऐसा बेंड हो जाएंगे, ठीक है ना। और तुसी बुक दे विच देख सकते हो। सो लेट इट बी मैं ऐसा बहुत सारियां लाइंस बनातीयां अलग-अलग मेटल्स ਲਈ, ठीक है। ये सारियां लाइंस सारे ग्राफ्स शो कर रहे हैं ऑक्सीडेशन ऑफ वेरियस मेटल्स टू मेटल ऑक्साइड्स। सो बच्चे ठीक है, सब तो नीचे केड़े मेटल्स पे होंगे, सब तो नीचे जेडे कि आर वेरी स्ट्रॉन्ग मेटल्स, सोडियम टू सोडियम ऑक्साइड, जिन्हां दी ऑक्सीडेशन सब तो इजी है, डेल्टा जी विल बी हाईली नेगेटिव। गल समझ आई कि नहीं। जिवें जिवें ऊपर जाई जाओगे एल्यूमीनियम तो एल्यूमीनियम ऑक्साइड, जिंक तो जिंक ऑक्साइड एंड पॉजिटिव किरियां हो गया बच्चे, लाइक फॉर एग्जांपल सिल्वर तो सिल्वर ऑक्साइड, रिडक्शन पोटेंशियल कितना होता है 0.80। सो सिल्वर दी ऑक्सीडेशन होने के चांसेस आर वेरी 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 ब्लीक, ठीक है।
सो ਉਹਦੇ ਲਈ ਡੈਲਟਾ ਜੀ ਕੀ ਹੋ ਜੂਗੀ ਪੋਜ਼ਿਟਿਵ। ਯੂ ਗੈਟਿੰਗ ਅ ਪੁਆਇੰਟ? ਸੋ ਦਿਸ ਇਜ਼ what you mean by Ellingham diagrams ਬੱਚੇ। ਸੋ ਇਨ ਅਦਰ ਵਰਡਸ ਮੈਂ ਕੀ ਕਹਿ ਸਕਦਾ ਹਾਂ ਕਿ ਜਿਸ ਮੈਟਲ ਦੀ ਆਕਸੀਡੇਸ਼ਨ ਰਿਐਕਸ਼ਨ ਇਸ ਗ੍ਰਾਫ ਦੇ ਵਿੱਚ ਜਿੰਨੀ ਨੀਚੇ ਹੈ ਉਹਨਾਂ ਇਟ ਇਜ਼ ਅ ਬੈਟਰ ਐਂਡ ਸਟਰੋਂਗਰ ਰਿਡਿਊਸਿੰਗ ਏਜੰਟ। ਉਹਦੀ ਆਕਸੀਡੇਸ਼ਨ ਉਨੀ ਈਜ਼ੀਲੀ ਹੋਊਗੀ ਤੇ ਇਟ ਵਿਲ ਬੀ ਅ ਬੈਟਰ ਰਿਡਿਊਸਿੰਗ ਏਜੰਟ। ਠੀਕ ਹੈ, ਹੁਣ ਇਹ ਦੇਖੋ ਬੱਚੇ, ਸੋ ਇਸ ਦੇ ਉੱਪਰ ਤੁਹਾਨੂੰ ਕੁਐਸਚਨਸ ਕਿੱਦਾਂ ਆਣਗੇ, ਠੀਕ ਹੈ ਨਾ। ਸੋ ਨੈਕਸਟ ਇਜ਼ ਕਿ ਐਲਿੰਗਮ ਡਾਇਗਰਾਮ ਦੇ ਉੱਪਰ ਆਪਾਂ ਨੂੰ ਮੋਸਟ ਕਾਮਨ ਟਾਈਪ ਆਫ ਕੁਐਸਚਨ ਕਿੱਦਾਂ ਆਉਂਦਾ ਹੈ। ਸੋ ਦੇਖੋ ਬੱਚੇ ਐਲਿੰਗਮ ਡਾਇਗਰਾਮ ਦੇ ਉੱਪਰ ਆਪਾਂ ਨੂੰ ਮੋਸਟ ਕਾਮਨ ਟਾਈਪ ਆਫ ਕੁਐਸਚਨ ਕਿੱਦਾਂ ਆਉਂਦੇ ਆ। ਸੋ ਉੱਥੇ ਐਗਜ਼ਾਮ ਦੇ ਵਿੱਚ ਇਦਾਂ ਦਾ ਗ੍ਰਾਫ ਦਿੱਤਾ ਹੋਏਗਾ, ਠੀਕ ਹੈ, ਇੱਥੇ ਦਿੱਤਾ ਹੋਏਗਾ ਬੱਚੇ ਡੈਲਟਾ ਜੀ, ਸੇਮ ਇੱਧਰ ਕੋਈ 네ਗੇਟਿਵ ਵੈਲਿਊਜ਼, ਉੱਪਰ ਜਾਂਦੇ ਹੋਏ ਕੋਈ ਪੋਜ਼ਿਟਿਵ ਵੈਲਿਊਜ਼, ਠੀਕ ਹੈ, ਐਂਡ ਇੱਧਰ ਟੈਂਪਰੇਚਰ ਗਿਵਨ ਹੋਏਗਾ ਤੇ ਲੈਟ ਇਟ ਬੀ ਕਿ ਗ੍ਰਾਫ ਇੱਦਾਂ ਹੈ। ਇੱਕ ਮੈਟਲ ਲਈ ਇੱਦਾਂ ਹੈ, ਦੂਸਰੇ ਮੈਟਲ ਲਈ ਇੱਦਾਂ। ਕਲੀਅਰ ਬੱਚੇ? ਨਾਓ ਹੁਣ ਇੱਧਰ ਦੇਖੋ ਧਿਆਨ ਨਾਲ, ਐਂਡ ਆਹ ਟੈਂਪਰੇਚਰ ਉਹਨਾਂ ਨੇ ਮੈਂਸ਼ਨ ਕਰਤਾ 1200 ਕੈਲਵਿਨ। ਸੋ ਦਿਸ ਇਜ਼ ਮੈਟਲ 1 to ਉਸਦਾ ਆਕਸਾਈਡ ਐਂਡ ਦਿਸ ਇਜ਼ ਮੈਟਲ 2 to ਉਸਦਾ ਆਕਸਾਈਡ। ਡਨ? ਸੋ ਦੇਖੋ ਬਲੇ ਹੁਣ ਆਪਾਂ ਨੂੰ ਪੁੱਛਿਆ ਕਿ which is a, ਸੋ ਦੇਖੋ ਧਿਆਨ ਨਾਲ, which is a better reducing agent। ਆਪਾਂ ਨੂੰ ਦੋਨੋਂ ਮੈਟਲਸ ਚੋਂ ਪੁੱਛਿਆ ਕਿ ਕਿਹੜਾ ਰਿਡਿਊਸਿੰਗ ਏਜੰਟ ਹੈ, ਜਾਂ ਤਾਂ ਪੁੱਛਣਗੇ below 1200 ਕੈਲਵਿਨ ਤੇ ਜਾਂ ਪੁੱਛਣਗੇ above 1200 ਕੈਲਵਿਨ। ਆਪਣਾ ਟੈਂਪਰੇਚਰ ਹੈ ਨਾ। ਸੋ ਆਪਾਂ ਨੂੰ ਕੁਐਸਚਨ ਕੀ ਪੁੱਛਿਆ ਗਿਆ ਕਿ below 1200 ਕੈਲਵਿਨ ਦੋਨੋਂ ਮੈਟਲਸ ਚੋਂ ਕਿਹੜਾ ਬੈਟਰ ਰਿਡਿਊਸਿੰਗ ਏਜੰਟ ਹੈ, above 1200 ਕੈਲਵਿਨ ਦੋਨੋਂ ਮੈਟਲਸ ਚੋਂ ਕਿਹੜਾ ਬੈਟਰ ਰਿਡਿਊਸਿੰਗ ਏਜੰਟ ਹੈ। ਠੀਕ ਹੈ, ਸੋ ਇਸ ਦਾ ਆਨਸਰ ਕੀ ਹੋਗਾ ਤੁਸੀਂ ਵੀ ਸੋਚੋ within a few seconds। you have 2 to 3 seconds, ਸੋਚ ਲਓ ਬੱਚੇ ਕਿ ਆਨਸਰ ਕੀ ਦਿਓਗੇ। ਸੋ ਬੱਚੇ ਆਈ ਹੋਪ ਕਿ ਤੁਸੀਂ the answers are ready। ਠੀਕ ਹੈ, ਸੋ ਦੇਖੋ ਆਪਣੇ ਕੋਲ ਕੀ ਹੋਏਗਾ। So what will be our answer? So देखो 1200 केल्विन तक जो मेटल 2 है वो पॉजिटिव वाला ज्यादा है, ये नेगेटिव वाला है। ठीक है ना, देखो जितना मेटल नीचे होएगा उतना बेटर रिड्यूसिंग एजेंट है। सो 1200 केल्विन तक की भी ऑक्सीडेशन बचे ज्यादा नेगेटिव है मेटल 1 की। सो बिलो 1200 केल्विन मेटल 1 इज योर बेटर रिड्यूसिंग एजेंट। 1200 केल्विन क्रॉस करने के बाद देखो ਜਿਹੜਾ मेटल 2 है ਉਹਦਾ ग्राफ ज्यादा नेगेटिव है। सो आफ्टर 1200 केल्विन यानी कि हायर टेंपरेचर्स पे मेटल 2 विल बी योर बेटर रिड्यूसिंग एजेंट रहे। ठीक है ना। एक सिमिलर टाइप ऑफ क्वेश्चन ਆਪਾਂ ਨੂੰ ਆਂਦਾ ਹੁੰਦਾ ਹੈ ਕਾਰਬਨ ਤੇ ਕਾਰਬਨ ਮੋਨੋਆਕਸਾਈਡ ਚੋਂ। ਉਹ ਤਾਂ ਡਾਇਰੈਕਟ ਆਂਦਾ ਹੁੰਦਾ ਹੈ ਵਿਦਆਊਟ ਦ ਹੈਲਪ ਆਫ ਦ ਗ੍ਰਾਫ। ਧਿਆਨ ਨਾਲ ਸਮਝੋ। ਦੇਖੋ सो देखो अपन क्वेश्चन आता है कि आउट ऑफ कार्बन एंड कार्बन मोनोऑक्साइड विच इज अ बेटर रिड्यूसिंग एजेंट एट लोअर टेम्परेचर्स एंड एट हायर टेम्परेचर्स। विच इज अ बेटर रिड्यूसिंग एजेंट एट लोअर टेम्परेचर्स एंड एट हायर टेम्परेचर्स। तो देखो बच्चे, सो अपने कोल आपा एलिंगम डायग्राम बना रहे हैं, ठीक है। सो इधरले पासे टेम्परेचर, सो अपने कोल ग्राफ कुछ ऐसा बनता है, ठीक है। सो जेड़ा आ टेम्परेचर हुंदा है, दिस टेम्परेचर, सो डेल्टा जी नेगेटिव टू पॉजिटिव, दिस इज 1073 केल्विन। 1073 केल्विन जेड़ा आहा वाला ग्राफ है, दिस इज फॉर द ऑक्सीडेशन ऑफ कार्बन मोनोऑक्साइड। सॉरी एक मिनट। सो जो ब्लास्ट फर्नेस है उसके नीचे हायर टेम्परेचर हुंदा है। सो हायर टेम्परेचर पे कोक इज अ बेटर रिड्यूसिंग एजेंट। So this graph, so ये वाला ग्राफ शो करता है this higher temperature। so इधर नीचे आ रहे हैं बच्चे
it shows the oxidation of coke to carbon monoxide. So 2C plus O2 gives you 2CO. Oxidation of coke. जेड़ा आहा वाला ग्राफ है बच्चे, it shows the oxidation of carbon monoxide to carbon dioxide. ठीक है? So हम ध्यान में देखो 1073 तो नीचे कार्बन मोनोऑक्साइड की ऑक्सीडेशन ज्यादा नेगेटिव है, ठीक है? So below 1073 Kelvin, carbon monoxide is the better reducing agent, ठीक है? And above 1073 Kelvin, coke is the better reducing agent. Done? Clear है बच्चे? So low temperatures पे carbon monoxide, higher temperatures पे coke is the better reducing agent according to Ellingham diagrams. And ਜਦੋਂ ਆਪਾਂ ਆਇਰਨ ਦੀ ਮੈਟਲਰਜੀਕਲ ਪ੍ਰੋਸੈਸ ਕਰਾਂਗੇ, ਬਲਾਸਟ ਫਰਨੈਸ ਕਰਾਂਗੇ ਤਾਂ ਆਪਾਂ ਦੇਖਾਂਗੇ ਹਾਇਰ ਟੈਂਪਰੇਚਰ ਤੇ ਆਪਾਂ ਕੋਕ ਯੂਜ਼ ਕਰਾਂਗੇ, ਲੋਅਰ ਟੈਂਪਰੇਚਰ ਤੇ ਆਪਾਂ ਕਾਰਬਨ ਮੋਨੋਆਕਸਾਈਡ ਯੂਜ਼ ਕਰਾਂਗੇ. ਡਨ? So this is about the various methods of reductions of metal oxides to metals. ठीक है राजे? ये तुसी कर लेना है. So now we are just left with one single step of metallurgical process. केड़ा बच्चे? Purification या refining. कल वाले लेक्चर च वो भी खत्म हो जाएगा एंड फिर अपन ने 4 मेटल्स दी मेटलर्जिकल प्रोसेस करनी है. दैट विल जस्ट बी अ फॉर्मेलिटी. सो केड़े-केड़े अपने सिलेबस च जिंक, एल्युमिनियम, आयरन एंड कॉपर. एंड विद दैट अपना चैप्टर भी वाइंड अप हो जाएगा. सो मैक्सिमम टू मैक्सिमम अपने को 3 लेक्चर्स का काम हो रहा है, ठीक है ना? सो आफ्टर 3 लेक्चर्स वी विल वाइंड अप दिस चैप्टर. फाइन बच्चे? सो कीप स्टडीिंग एंड रिवाइजिंग एंड कीप योरसेल्फ फिट एंड फाइन बच्चे. थैंक्स अ लॉट.